सतनाम श्री वाहिगुरु साहिब जी। राम कली महला पंजवा। तन ते छुटके अपनी धारे, प्रभ की आज्ञा लगे प्यारे। तन ते छुटके अपनी धारे, प्रभ की आज्ञा लगे प्यारे। जो किछ करै सो मन मेरा मीठा, हाँ एहो अचरज नैनो डीठा। अब मोहे जानी रे मेरी गई बलाए, बुझ गए तिसन निवारे ममता। गुर पूरा लियो समझाए, अब मोहे जानी रे मेरी गई बलाए। बुझ गए तृष्ण निवारे ममता, गुर पूरा लियो समझाए। राहाओ। वाहिगुरु जी का खालसा, वाहिगुरु जी की फतेह। सतगुर की जिसनो मत आवे, सो सतगुर माहे समाना। एह बाणी जो जियो जाने, तिस अंतर रवै हर नामा। एह बाणी जो जियो जाने, तिस अंतर रवै हर नामा। शब्द गुरु रब्बी ज्ञान दे सागर, सांझीवालता दे मुजस्मे साहिब सतगुरु श्री गुरु ग्रंथ साहिब महाराज जी दी पवित्र पावन अमृतमयी हजूरी अंदर सुभाएमान गुरु प्यारी गुरु सवारी साध संगत जीओ। सब वडभागी हाँ जिन्हां नूं मनुखा जीवन दे ए पल सफले बुलाउण हित गुरु संगत दी जुगत द्वारा निता प्रति दी तरह आपो अपने घरां विच अते गुर अस्थान दीवान हाल मंजी साहिब श्री अमृतसर साहिब विखे जुड़ बैठण दा सुभाग समा प्राप्त होया है, जिथे आप जी ने सतगुरु साहिब जी दे बख्शिश कीते हुए पवित्र मुख वाक दी गुरु शब्द दी विचार सरवण करनी है। उथे नानक साई कैलेंडर दे मुताबक अज तख्त श्री दमदमा साहिब तलवंडी साबो बठिंडा विखे धन धन श्री गुरु ग्रंथ साहिब महाराज जी का संपूर्णता दिवस बड़ी ही शरधा भावना अते उत्साह दे नाल श्रोमणी गुरुद्वारा प्रबंधक कमेटी वालों सब संगतां दे सहयोग नाल मनाया जा रहा है। संखेप दे विच पहला संपूर्णता दिवस बारे आपां विचार करनी है। सतगुरां ने जिथे होर मनुखता ते बहुत परोपकार कीते, उत्थे ये भी एक बड़ा वड्डा परोपकार है। धुर की बाणी आई तिन सगली चिंत मिटाई, जैसी मैं आवे खसम की बाणी तैसड़ा करी ज्ञान वे लालो।
ਸਿੱਖ ਜਗਤ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਿੰਨ ਇਤਿਹਾਸਕ ਪਾਵਨ ਸਰੂਪ ਹਨ। ਇੱਕ ਜਿਸ ਨੂੰ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਲਾ ਜਾਂ ਕਰਤਾਰਪੁਰ ਸਾਹਿਬ ਵਾਲਾ ਸਰੂਪ ਕਹਿੰਦੇ ਹਾਂ, ਜਿਸ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਾਮਸਰ ਸਾਹਿਬ ਦੇ ਪਵਿੱਤਰ ਅਸਥਾਨ ਵਿਖੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਉਸ ਸਮੇਂ 30 ਰਾਗਾਂ ਦੇ ਵਿੱਚ ਔਰ 5 ਗੁਰੂ ਸਾਹਿਬਾਨ ਅਤੇ 15 ਭਗਤ, 11 ਭੱਟ, ਬਾਬਾ ਸੁੰਦਰ ਜੀ, ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਇਹ ਪਾਵਨ ਬਾਣੀ ਅੰਕਿਤ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਸੀ। ਔਰ 1604 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ। ਉਹ ਪ੍ਰਕਾਸ਼ ਗੁਰਪੁਰਬ 1 ਸਤੰਬਰ ਨੂੰ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਣਾ ਹੈ। ਦੂਸਰਾ ਪਾਵਨ ਸਰੂਪ ਹੈ ਜਿਸ ਨੂੰ ਅਸੀਂ ਭਾਈ ਬੰਨੋ ਵਾਲੀ ਬੀੜ ਕਹਿੰਦੇ ਹਾਂ, ਜਿਸ ਵਿੱਚ ਕੁਝ ਵਾਧੂ ਸ਼ਬਦ ਬਾਹਰੋਂ ਲਿਖਵਾਏ ਗਏ ਔਰ ਉਸ ਨੂੰ ਖਾਰੀ ਬੀੜ ਵੀ ਕਿਹਾ ਜਾਂਦਾ ਹੈ। ਇਤਿਹਾਸਕਾਰਾਂ ਨੇ ਖਾਰਾ ਪਿੰਡ ਮੰਨਿਆ ਹੈ, ਇਸ ਕਰਕੇ ਉਹਨੂੰ ਖਾਰੀ ਬੀੜ ਵੀ ਕਿਹਾ ਜਾਂਦਾ ਹੈ, ਭਾਈ ਬੰਨੋ ਜੀ ਵਾਲੀ ਬੀੜ ਨੂੰ, ਜੋ ਪੰਥ ਪ੍ਰਵਾਨਿਤ ਨਹੀਂ ਹੈ। ਇਸੇ ਤਰ੍ਹਾਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛੋਟੀਆਂ ਵੱਡੀਆਂ 14 ਜੰਗਾਂ ਫਤਿਹ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਜਾ ਕੇ ਉੱਚੀ ਥੇੜੀ ਤੇ ਦਮ ਲਿਆ, ਆਪਣਾ ਕਮਰ ਕੱਸਾ ਖੋਲਿਆ, ਉੱਥੇ ਹੀ ਚੌਧਰੀ ਡੱਲਾ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ। ਬੜਾ ਮੁਸ਼ਕਲ ਕਠਿਨ ਸਮਾਂ ਸੀ ਜਦੋਂ ਸੂਬਾ ਸਰਹੰਦ ਦੁਨੀਆ ਦੀ ਬਹੁਤ ਵੱਡੀ ਤਾਕਤ, ਖਾਸ ਕਰਕੇ ਹਿੰਦੁਸਤਾਨ ਵਿੱਚ ਜਿਹੜੇ ਸੂਬੇ ਸਨ ਸਭ ਤੋਂ ਵੱਡੀ ਤਾਕਤ ਸੂਬਾ ਸਰਹੰਦ ਕੋਲ ਸੀ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿੱਛਾ ਕਰਦਾ ਹੋਇਆ ਖਿਦਰਾਣੇ ਦੀ ਢਾਬ ਤੱਕ ਪਹੁੰਚਿਆ। ਪਰ ਅੱਗੇ ਜਦੋਂ ਤਲਵੰਡੀ ਸਾਬੋ ਦੀ ਰਿਆਸਤ ਆਈ ਤੇ ਉਹ ਚੌਧਰੀ ਡੱਲੇ ਦੀ ਇਜਾਜ਼ਤ ਤੋਂ ਬਿਨਾਂ ਅੱਗੇ ਨਹੀਂ ਸੀ ਜਾ ਸਕਦਾ। ਚੌਧਰੀ ਡੱਲੇ ਨੂੰ ਉਹਨੇ ਲਿਖਤੀ ਪੱਤਰ ਵੀ ਭੇਜਿਆ ਕਿ ਸਤਿਗੁਰੂ ਜੀ ਸਰਕਾਰ ਦੇ ਬਾਗੀ ਹਨ, ਇਹਨਾਂ ਨੂੰ ਪਨਾਹ ਦੇਣੀ ਇੱਕ ਬਹੁਤ ਵੱਡਾ ਗੁਨਾਹ ਹੋਵੇਗਾ। ਪਰ ਚੌਧਰੀ ਡੱਲੇ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕੀਤੀ। ਤਲਵੰਡੀ ਸਾਬੋ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਿੱਖੀ ਸਿਦਕ ਦੀ ਪਰਖ ਕਰਕੇ ਦੱਸਿਆ ਸੀ ਕਿ ਅਸਲ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉੱਥੇ ਹੀ ਇਹ ਸੰਕਲਪ ਦਿੱਤਾ ਗਿਆ ਕਿ ਗੁਰੂ ਕੇ ਅਸਲ ਪੁੱਤਰ ਕੌਣ ਨੇ। ਔਰ ਤੀਸਰੀ ਗੱਲ ਕਿ ਜੰਗਾਂ ਯੁੱਧਾਂ ਤੋਂ ਬਾਅਦ ਜੋ ਬਹੁਤ ਵੱਡਾ ਮਹਾਨ ਕਾਰਜ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ। ਇਹੀ ਕਾਰਨ ਕਿ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਮਿਸਟਰ ਮੈਕਾਲਫ ਵੀ ਇਹ ਗੱਲ ਮੰਨਦਾ ਹੈ ਕਿ ਲੋਕੀ ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ ਦੀ ਗੱਲ ਕਰਦੇ ਨੇ। ਜਦੋਂ ਕਿਸੇ ਨੂੰ ਕੋਈ ਚਿੰਤਾ ਹੋਵੇ, ਫਿਕਰ ਹੋਵੇ ਤੇ ਲੋਕ ਕਹਿੰਦੇ ਨੇ ਇਹਨੂੰ ਬੱਚਿਆਂ ਕੋਲ ਲੈ ਜਾਓ, ਇਹਨੂੰ ਇਹਦੇ ਪਰਿਵਾਰ ਕੋਲ ਬਿਠਾ ਦਿਓ ਤਾਂ ਕਿ ਇਹਨੂੰ ਮਨ ਦਾ ਟਿਕਾ ਮਿਲ ਸਕੇ। ਪਰ ਤਲਵੰਡੀ ਸਾਬੋ ਦੀ ਧਰਤੀ ਤੱਕ ਪਹੁੰਚਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮੁੱਚਾ ਸਰਬੰਸ ਕੁਰਬਾਨ ਹੋ ਚੁੱਕਾ ਸੀ। ਪਰਿਵਾਰ ਵਿਛੋੜੇ ਪੈ ਚੁੱਕੇ ਸਨ, ਛੋਟੇ ਵੱਡੇ ਸਾਹਿਬਜ਼ਾਦੇ, ਮਾਤਾ ਪਿਤਾ ਸ਼ਹੀਦ ਹੋ ਚੁੱਕੇ ਸਨ। ਫਿਰ ਵੀ ਕਿੰਨੀ ਇਕਾਗਰਤਾ ਸੀ, ਕਿੰਨੀ ਮਨ ਦੀ ਸ਼ਾਂਤੀ ਸੀ, ਕਿੰਨਾ ਮਨ ਦਾ ਟਿਕਾ ਸੀ ਸਤਿਗੁਰਾਂ ਦੇ ਮਨ ਅੰਦਰ ਕਿ ਤਲਵੰਡੀ ਸਾਬੋ ਤਖਤ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਕਹਿ ਰਹੇ ਨੇ, ਭਾਈ ਮਨੀ ਸਿੰਘ ਲਿਖ ਤੇ ਅਸੀਂ ਤੈਨੂੰ ਬਾਣੀ ਲਿਖਵਾਉਨੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਲਿਖਵਾਈ ਕਰਾਉਣੀ ਹੈ। ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ ਤੇ
कि ये बहुत वड्डा कारज है। शहीद बाबा दीप सिंह जी नूं सहायक लिखारी लाया गया। प्रसिद्ध इतिहासकार ਗਿਆਨੀ ਗਿਆਨ ਸਿੰਘ ਹੋਰਾਂ ने पंथ प्रकाश विच जिक्र किया है, अब दरबार दमदमा है जहां तंबू लगवाए कै गुर तहां, मनी सिंह को लिखन बैठै कै गुर नानक का ध्यान धरै कै, नित प्रत गुरु उचारी जैसे बाणी लिखी मनी सिंह तैसी। श्री गुरु गोबिंद सिंह महाराज जी अपने कंठ तो अपनी पावन रसना तो गुरबाणी लिखवाउंदे गए। भाई मनी सिंह होरा ने धन लिखारी नानका जिन नाम लिखाया सच दे महावाक अनुसार श्री गुरु ग्रंथ साहिब महाराज जी की संपूर्ण लिखाई का महान कारज किया, जिस नूं सिख जगत के अंदर दमदमा साहिब वाला सूप कहा जाता है। क्योंकि करतारपुर साहिब वाली बीड़ धीर मलियां दे कोल सी, जिस वेले उन्होंने ये ताने मेणे दिते कि जे गुरु गोबिंद सिंह महाराज गुरु सदै है क्यों ना गुरु ग्रंथ साहिब लिख लै है। सतगुरां ने ये सुन के अगों कहा सी, सुन के हम ताही के बैनन को दम दमा सो मालवे वीच सुधारों, टिग ताही तलवंडी के काशी रचों जहां बैल पड़े हुए बुद्ध उधारों। यह ग्रंथ उचार करो तहां बैठ के बीड़ सोऊ जग माहे बथारों, अखर एक का भेद धरो न ममदास गुरु समरथ विचारो। साहब ने कहा मैं आद तो लैके अंत तक बाणी लिखवावांगा, गुरु ग्रंथ साहब जी के स्वरूप नूं संपूर्ण करावांगा, पर करतारपुर साहब वाली बीड़ भाई गुरदास जी वाली बीड़ ते दमदमा साहब वाली पावन बीड़ विच एक भी अखर का फर्क नहीं पैण देंगा। अखर एक को भेद धरो न, क्योंकि धुर की बाणी है, इहदे विच बदलाव किया भी नहीं जा सकता। इतिहासकारां ने खोज करके लिखिया कि करतारपुर साहब वाली बीड़ विच भी कहो कबीर जन भये खालसे, ते दमदमा साहब वाले पावन स्वरूप विच भी पाठ खालसे है, क्योंकि एक अखर का भी सतगुरां ने फर्क नहीं पैण दिता। ये मन्निया कि मम दास मैं दास हाँ, ते मेरा गुरु गुरु नानक समरथ है, वो सिर ते मेहर भरिया हथ रख के धुर की बाणी का एक कारज संपूर्ण करवावेगा। सतगुरां ने जदों दमदमा साहब के मुकाम ते गुरु ग्रंथ साहब जी के पावन स्वरूप नूं संपूर्ण करवाया 1706 दे विच जिहड़ियां कलमां लिखण वास्ते प्रयोग कीतियां, वो कलमां सतगुरां ने लिखणसर साहब के सरोवर विच पवाईयां। जदों गुरसिखां ने पुछया सतगुरु जी ये की कौतक कर रहे हो, ते साहब ने उत्तर दिता, कहन लगे एक हिंदू धर्म की काशी है बनारस विच, जिथे केवल उच्च जाति के लोग विद्या पढ़ सकते हैं। उच्च जाति के लोगों नूं ज्ञान की प्राप्ति का अधिकार है। ये मन्ना है कि केवल उच्च जाति के लोग ही मोक्ष प्राप्त कर सकते हैं, पर ये असी गुरु की काशी आरंभ कर रहे हैं। इत्थे चारे वर्णां विचों 10 दिशावां विचों कोई भी किसी जात मजहब नाल संबंधित आके गुरमुखी दी 35 ऊड़ा ऐड़ा लिखेगा, भावना नाल गुरबाणी दे उपदेश नूं सुनेगा, विचारेगा, हिरदे विच धारण करेगा, निरसंदेह उन्नू मोक्ष प्राप्त होवेगी। साहब ने बचन कहे सन, ये है प्रगट हमारी काशी, पढ़ै इहां ढोर मत रासी, लेख गुनी कविंद ज्ञानी बुद्ध सिंध हवै इत आनी, तिन के कार कलम घड़ देत प्रगट हम डार, सिख सखा इत पढ़ेंगे हमरे कई हजार। कोई गावै को सुनै हर नामा चित लाए, कहो कबीर संसा नहीं अंत परम गत पाए। अज जो मुख वाक धन गुरु अर्जन देव साहब जी दे उचारण कीते हुए बचन श्री गुरु ग्रंथ साहब जी ने सानू बख्शिश कीते ने, इन्हां बचनां विच भी सतगुरां ने सर्ब सांझी वालता दा उपदेश दिता है।
ਔਰ ਇਹ ਵੀ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਮਨੁੱਖ ਦੇ ਜੀਵਨ ਵਿੱਚ ਮੋਹ ਹੈ, ਮਨੁੱਖ ਆਪਣੇ ਤੇ ਪਰਾਏ ਦੀ ਬਿਰਤੀ ਵਿੱਚ ਖਚਤ ਹੈ ਕਿ ਇਹ ਮੇਰੇ ਆਪਣੇ ਘਰ ਪਰਿਵਾਰ ਦਾ ਮੈਂਬਰ ਹੈ, ਇਹ ਦੂਸਰਾ ਹੈ, ਇਹ ਮੇਰੇ ਧਰਮ ਨਾਲ ਸੰਬੰਧਿਤ ਹੈ, ਇਹ ਦੂਸਰੇ ਧਰਮ ਦਾ ਬੰਦਾ ਹੈ, ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਦੋਂ ਤੱਕ ਪ੍ਰਭੂ ਨੂੰ ਮਿਲਣਾ ਬੜੀ ਦੂਰ ਦੀ ਗੱਲ ਹੈ, ਕਿਉਂਕਿ ਜੋ ਲੋ ਭਾਓ ਅਭਾਓ ਇਹ ਮੰਨੈ, ਤਉ ਲੋ ਮਿਲਣ ਦੁਰਾਈ। ਭਾਓ ਦਾ ਅਰਥ ਹੈ ਵੀ ਕਿਸੇ ਨਾਲ ਪ੍ਰੇਮ ਕਰਨਾ, ਅਭਾਓ ਦਾ ਅਰਥ ਹੈ ਕਿਸੇ ਨਾਲ ਨਫ਼ਰਤ ਕਰਨੀ। ਜਦੋਂ ਤੱਕ ਮਨੁੱਖ ਇਹ ਕਹਿੰਦਾ ਕਿ ਇਹ ਮੇਰਾ ਆਪਣਾ ਹੈ, ਇਹਨੂੰ ਮੈਂ ਪਿਆਰ ਕਰਾਂ, ਇਹ ਦੂਸਰਾ ਹੈ, ਇਹਦੇ ਨਾਲ ਨਫ਼ਰਤ ਕਰਾਂ, ਪ੍ਰਭੂ ਨੂੰ ਮਿਲਣਾ ਤੇ ਬਹੁਤ ਦੂਰ ਦੀ ਗੱਲ ਹੈ। ਉਦੋਂ ਤੱਕ ਪਰਮਾਤਮਾ ਨਹੀਂ ਮਿਲ ਸਕਦਾ, ਕਿਉਂਕਿ ਉਹ ਸਾਰੇ ਜੀਵਾਂ ਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੁਮ ਮਾਤ ਪਿਤਾ ਹਾਂ ਬਾਰਕ ਤੇਰੇ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹੀ। ਜਦੋਂ ਤੱਕ ਕਿਸੇ ਨਾਲ ਪ੍ਰੇਮ ਤੇ ਕਿਸੇ ਨਾਲ ਨਫ਼ਰਤ, ਉਦੋਂ ਤੱਕ ਪ੍ਰਭੂ ਨਹੀਂ ਮਿਲ ਸਕਦਾ। ਜੋ ਲੋ ਭਾਓ ਅਭਾਓ ਇਹ ਮਾਨੈ, ਤਉ ਲੋ ਮਿਲਣ ਦੁਰਾਈ। ਆਨ ਆਪਣਾ ਕਤ ਵਿਚਾਰਾ, ਤਉ ਲੋ ਬੀਚ ਵਿਖਾਈ। ਬੀਚ ਕਹਿੰਦੇ ਨੇ ਜਿਵੇਂ ਮਾਨੋ ਕਿ ਦੋ ਘਰ ਨੇ ਤੇ ਦੋਵਾਂ ਘਰਾਂ ਦੇ ਵਿੱਚ ਇੱਕ ਖਾਈ ਹੋਵੇ, ਉਸ ਖਾਈ ਵਿੱਚ ਪਾਣੀ ਭਰਿਆ ਹੋਵੇ ਤੇ ਲੋਕ ਕਹਿੰਦੇ ਨੇ ਵੇਖੋ ਅਸੀਂ ਤਾਂ ਇਸ ਤਰ੍ਹਾਂ ਨੇ ਆ ਜਿਵੇਂ ਕਿਤੇ ਸਮੁੰਦਰ ਦੇ ਆਰ ਪਾਰ ਹੋਈਏ, ਕਿਉਂਕਿ ਜਿਹੜੀ ਬੀਚ ਹੈ, ਜਿਹੜੀ ਖਾਈ ਹੈ, ਉਹ ਦੋਵਾਂ ਨੂੰ ਵਿਛੋੜ ਦਿੰਦੀ ਹੈ। ਆਨ ਆਪਣਾ ਕਰਤ ਵਿਚਾਰਾ। ਜਦੋਂ ਤੱਕ ਮਨੁੱਖ ਇਸੇ ਵਿਚਾਰ ਵਿੱਚ ਪਿਆ ਵੀ ਇਹ ਮੇਰਾ ਆਪਣਾ ਹੈ, ਇਹ ਕੋਈ ਦੂਸਰਾ ਹੈ, ਆਨ ਦਾ ਅਰਥ ਹੁੰਦਾ ਦੂਸਰਾ, ਆਨ ਆਪਣਾ ਕਰਤ ਵਿਚਾਰਾ, ਇਹੋ ਵਿਚਾਰਧਾਰਾ ਚੱਲਦੀ ਵੀ ਇਹ ਮੇਰਾ ਆਪਣਾ, ਇਹ ਪਰਾਇਆ ਹੈ, ਇਹ ਸਾਡੇ ਦੇਸ਼ ਦਾ, ਇਹ ਦੂਸਰੇ ਦੇਸ਼ ਦਾ, ਇਹ ਮੇਰੇ ਆਪਣੇ ਪਰਿਵਾਰ ਦਾ ਮੈਂਬਰ ਹੈ, ਇਹ ਮੇਰੇ ਤੋਂ ਪਰਾਇਆ ਹੈ, ਇਹ ਮੇਰੇ ਧਰਮ ਦਾ ਨਹੀਂ, ਆ ਮੇਰੇ ਧਰਮ ਦਾ ਹੈ। ਆਨ ਆਪਣਾ ਕਰਤ ਵਿਚਾਰਾ, ਤਉ ਲੋ ਬੀਚ ਵਿਖਾਈ। ਉਹ ਤਾਂ ਕਹਿੰਦੇ ਵਿੱਥ ਬਣੀ ਰਹਿੰਦੀ ਹੈ ਪਰਮਾਤਮਾ ਤੇ ਜੀਵ ਦੇ ਦਰਮਿਆਨ, ਉਦੋਂ ਤੱਕ ਦੂਰੀ ਜਿਹੜੀ ਹੈ ਉਹ ਬਿਲਕੁਲ ਬਰਕਰਾਰ ਰਹਿੰਦੀ ਹੈ। ਇਹ ਠੀਕ ਹੈ ਕਿ ਪੌਦਾ ਜਿਹਦੇ ਘਰ ਉੱਗਦਾ ਹੈ ਉਹਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਉਹਦੀ ਬਣਦੀ ਹੈ, ਪ੍ਰਬੰਧਕ ਉਹੀ ਹੁੰਦਾ ਹੈ ਜਿਹਦੇ ਘਰ ਪੌਦਾ ਉੱਗਿਆ। ਪਰ ਜਦੋਂ ਪੌਦਾ ਵੱਡਾ ਹੁੰਦਾ ਹੈ, ਉਹਦੀਆਂ ਟਾਹਣੀਆਂ ਦੂਸਰੇ ਘਰ ਜਾਣ ਦਾ ਯਤਨ ਕਰਦੀਆਂ ਨੇ ਤੇ ਮਨੁੱਖ ਕਈ ਵਾਰ ਰੱਸੀਆਂ ਬੰਨ ਕੇ ਉਹਦਾ ਉਲਾਰ ਦੂਸਰੇ ਪਾਸੇ ਜਾਣ ਤੋਂ ਰੋਕ ਕੇ ਆਪਣੇ ਪਾਸੇ ਵੱਲ ਕਰਦਾ ਹੈ। ਪਰ ਜਦੋਂ ਉਸ ਪੌਦੇ ਨੂੰ ਲੱਗ ਜਾਣ ਫੁੱਲ ਤੇ ਫੁੱਲ ਦੀ ਜਿਹੜੀ ਸੁਗੰਧੀ ਹੈ ਉਹਨੂੰ ਨਹੀਂ ਰੋਕਿਆ ਜਾ ਸਕਦਾ ਕਿ ਉਹ ਮੇਰੇ ਘਰ ਤੋਂ ਬਾਹਰ ਨਾ ਜਾਵੇ, ਉਹਨੂੰ ਕੋਈ ਮੇਰਾ ਗਵਾਂਢੀ ਨਾ ਮਾਣ ਸਕੇ, ਉਹਨੂੰ ਕੋਈ ਦੂਸਰਾ ਉਹਦੀ ਸੁਗੰਧੀ ਦਾ ਰਸ ਨਾ ਲੈ ਸਕੇ। ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਬੰਧਕ ਸਤਿਗੁਰਾਂ ਨੇ ਸਿੱਖ ਨੂੰ ਬਣਾਇਆ ਹੈ। ਗੁਰਬਾਣੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸਿੱਖ ਦੀ ਹੈ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰਬਾਣੀ ਨੂੰ ਪੜ੍ਹ ਸੁਣ ਕੇ ਦੂਸਰਾ ਮੁਕਤ ਕਿਉਂ ਹੋ ਗਿਆ। ਇੱਥੇ ਤਾਂ ਮੇਰੇ ਸਤਿਗੁਰਾਂ ਨੇ ਬੜੇ ਉਦਾਰ ਚਿੱਤ ਵਿਸ਼ਾਲ ਹਿਰਦੇ ਨਾਲ ਉਪਦੇਸ਼ ਦਿੱਤਾ ਹੈ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਇਸ ਗੱਲ ਦਾ ਪ੍ਰਤੀਕ ਹੈ ਕਿ ਚਾਰੇ ਵਰਨਾਂ ਵਿੱਚੋਂ, ਚਾਰੇ ਦਿਸ਼ਾਵਾਂ ਵਿੱਚੋਂ ਕੋਈ ਆ ਕੇ ਗੁਰਬਾਣੀ ਦਾ ਪਾਠ ਸਰਵਣ ਕਰੇ ਤੇ ਉਹਦਾ ਉਧਾਰ ਹੋਵੇਗਾ, ਉਹਦਾ ਕਲਿਆਣ ਹੋਵੇਗਾ, ਉਹਦਾ ਸੰਬੰਧ ਨਿਰੰਕਾਰ ਨਾਲ ਜੁੜੇਗਾ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ। ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਨੂੰ ਦੋਹਿਤਾ ਬਾਣੀ ਕਾ ਬੋਹਿਤਾ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਨ੍ਹਾਂ ਨੇ ਆਪਣੀ ਸਰੀਰਕ ਹਯਾਤੀ ਵਿੱਚ ਅਜੇ 5 ਪਾਤਸ਼ਾਹੀਆਂ ਹੋਰ ਹੋਣੀਆਂ ਸਨ, ਪਰ ਫਿਰ ਵੀ ਆਪਣੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਾਉਣਾ ਇੱਕ ਬੜਾ ਵੱਡਾ ਪਰ ਉਪਕਾਰ ਸੀ ਮਨੁੱਖਤਾ ਤੇ,
ਕਿ ਸ਼ਰੀਰਾਂ ਦੀ ਪੂਜਾ ਦੀ ਜਗ੍ਹਾ ਸਤਿਗੁਰਾਂ ਨੇ ਸ਼ਬਦ ਦੇ ਲੜ, ਗਿਆਨ ਦੇ ਲੜ ਲਾ ਕੇ ਸਾਨੂੰ ਉਪਦੇਸ਼ ਦਿੱਤਾ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਅੱਜ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਜਦੋਂ ਇਸ ਗੱਲ ਦੀ ਸਮਝ ਆ ਗਈ ਕਿ ਮੇਰੇ ਅੰਦਰ ਆਪਣਤ ਹੈ, ਮੇਰੇ ਅੰਦਰ ਮੈਂ ਮੇਰੀ ਹੈ, ਕਹਿੰਦੇ ਉਦੋਂ ਤੱਕ ਅਸੀਂ ਪਰਮਾਤਮਾ ਤੋਂ ਦੂਰ ਰਹੇ। ਪਰ ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਇਹ ਬਲਾ, ਮਮਤਾ ਵਾਲੀ, ਮੇਰ ਤੇਰ ਵਾਲੀ ਅੰਦਰੋਂ ਖਤਮ ਕਰ ਦਿੱਤੀ, ਤੇ ਫਿਰ ਕਹਿੰਦੇ ਅੰਦਰ ਦਾ ਟਿਕਾ ਵੀ ਮਿਲਿਆ, ਪ੍ਰਭੂ ਦੀ ਆਗਿਆ ਵੀ ਮਿੱਠੀ ਲੱਗਣ ਲੱਗ ਪਈ। ਔਰ ਇੱਥੇ ਤੱਕ ਕਿ ਮਾਲਕ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੀ ਜਿਹੜੀ ਸ਼ਰਨ ਹੈ ਉਹ ਵੀ ਸਾਨੂੰ ਬਖਸ਼ਿਸ਼ ਕਰ ਦਿੱਤੀ। ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ, ਕਹਿੰਦੇ ਹੁਣ ਮੈਂ ਉੱਚੀ ਆਤਮਿਕ ਅਵਸਥਾ ਨੂੰ ਜਾਣ ਲਿਆ, ਤੇ ਮੇਰੀ ਮਮਤਾ ਵਾਲੀ, ਆਪਣਤ ਵਾਲੀ, ਅੰਦਰੋਂ ਪਕੜ ਵਾਲੀ ਕਿ ਇਹ ਮੇਰਾ ਸਰੀਰ, ਮੇਰਾ ਧਨ, ਮੇਰਾ ਪਰਿਵਾਰ, ਮੇਰਾ ਆਪਣਾ, ਇਹ ਜਿਹੜੀ ਬਲਾ ਸੀ ਨਾ, ਇਹ ਅੰਦਰੋਂ ਖਤਮ ਹੋ ਗਈ। ਇਹਦਾ ਮਤਲਬ ਕਿ ਜਦੋਂ ਤੱਕ ਮਨੁੱਖ ਮੋਹ ਵਿੱਚ ਫਸਿਆ, ਮੋਹ ਇੱਕ ਬੜੀ ਵੱਡੀ ਬਲਾ ਹੈ, ਮੋਹ ਇੱਕ ਬੀਜ ਹੈ। ਤੇ ਸਤਿਗੁਰਾਂ ਨੇ ਪ੍ਰੇਮ ਨੂੰ ਫਲ ਦੱਸਿਆ। ਜਿਵੇਂ ਸਿਆਣਾ ਕਿਸਾਨ ਬੀਜ ਬੀਜ ਕੇ ਫਲ ਖਾਂਦਾ ਹੈ, ਤੇ ਜਿਹੜਾ ਮੋਹ ਕਰੀ ਜਾਵੇ, ਬੀਜ ਨੂੰ ਘਰ ਵਿੱਚ ਹੀ ਲੁਕੋ ਕੇ ਰੱਖੇ, ਘਰ ਵਿੱਚ ਹੀ ਖਾ ਲਵੇ, ਤੇ ਉਹ ਫਿਰ ਫਲ ਤੱਕ ਨਹੀਂ ਪਹੁੰਚੇਗਾ। ਮੋਹ ਕੇਵਲ ਸਰੀਰ ਨਾਲ ਹੈ, ਪਰਿਵਾਰ ਨਾਲ ਹੈ, ਆਪਣਿਆਂ ਨਾਲ ਹੈ, ਪਰ ਪ੍ਰੇਮ ਜਿਹੜਾ ਹੈ ਉਹ ਸਰਬ ਵਿਆਪਕ ਹੁੰਦਾ ਹੈ, ਉਹ ਤਾਂ ਸਮੁੱਚੀ ਮਨੁੱਖਤਾ ਨਾਲ ਹੋਵੇਗਾ। ਉਸ ਅਵਸਥਾ ਵਿੱਚ ਪਹੁੰਚ ਕੇ ਤਾਂ ਹਿਰਦੇ ਦੇ ਵਿੱਚੋਂ ਇਹ ਬਚਨ ਉਚਾਰਨ ਹੋਣਗੇ ਕਿ ਹੁਣ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਗਾਨਾ, ਸਗਲ ਸੰਗ ਹਮ ਕੋ ਬਨ ਆਈ। ਜਦੋਂ ਇਹ ਅਵਸਥਾ ਜਾਣ ਲਈ ਆਬ ਮੋਏ ਜਾਨੀ ਰੇ ਮੇਰੀ ਗਈ ਬਲਾਏ, ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ। ਨਿਵਾਰੀ ਮਮਤਾ, ਜਿਹੜੀ ਮਮਤਾ ਸੀ, ਅੰਦਰੋਂ ਪਕੜ ਸੀ ਮੈਂ ਮੇਰੀ ਵਾਲੀ, ਉਹ ਹੁਣ ਮਾਲਕ ਨੇ ਦੂਰ ਕਰ ਦਿੱਤੀ। ਗੁਰ ਪੂਰੈ ਲਿਓ ਸਮਝਾਏ ਰਹਾਓ, ਪੂਰੇ ਗੁਰੂ ਨੇ ਇਹ ਸਮਝਾ ਦਿੱਤਾ। ਭਾਵ ਧੰਨ ਗੁਰੂ ਰਾਮਦਾਸ ਜੀ ਨੇ ਸਿੱਖਿਆ ਦਿੱਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿ ਸਮੁੱਚੀ ਮਾਨਵਤਾ ਪਰਮਾਤਮਾ ਦਾ ਹੀ ਮਾਨੋ ਅੰਗ ਹੈ, ਸਮੁੱਚੀ ਰਚਨਾ ਦਾ ਸਿਰਜਣਹਾਰ ਉਹ ਨਿਰੰਕਾਰ ਹੀ ਹੈ। ਇਸ ਕਰਕੇ ਮੈਂ ਮੇਰੀ ਤੋਂ, ਮੋਹ ਤੋਂ ਉੱਪਰ ਉੱਠ ਕੇ ਮਮਤਾ ਦੀ ਬਲਾ ਨੂੰ ਆਪਣੀ ਜ਼ਿੰਦਗੀ ਵਿੱਚੋਂ ਪਰੇ ਕਰਕੇ ਮਾਲਕ ਦੇ ਚਰਨਾਂ ਨਾਲ ਜੁੜਨਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦਾ ਸਰਬ ਸਾਂਝਾ ਉਪਦੇਸ਼ ਇਹਦੀ ਵਿਚਾਰ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਇਹ ਪਾਵਨ ਅੰਮ੍ਰਿਤਮਈ ਬਚਨ ਰਾਮ ਕਲੀ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 887 ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ। ਤਨ ਤੇ ਛੁਟ ਕੇ ਆਪਣੀ ਧਾਰੀ। ਜਦੋਂ ਗੁਰੂ ਨੇ ਕਿਰਪਾ ਕੀਤੀ, ਜਦੋਂ ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ, ਇਹ ਅਵਸਥਾ ਬਣ ਗਈ ਤੇ ਸਭ ਤੋਂ ਪਹਿਲਾਂ ਤਨ ਤੇ ਛੁਟਕੀ ਆਪਣੀ ਧਾਰੀ, ਜਿਹੜੀ ਇਸ ਸਰੀਰ ਕਰਕੇ ਆਪਣਤ ਸੀ ਨਾ, ਆਪਣੀ ਧਾਰੀ, ਇਹ ਮਿੱਥ ਸੀ ਕਿ ਇਹ ਮੇਰਾ ਆਪਣਾ ਹੈ। ਜਦੋਂ ਤੱਕ ਇਹ ਧਾਰਨਾ ਸੀ, ਜਦੋਂ ਤੱਕ ਮੋਹ ਸੀ ਸਰੀਰ ਦਾ, ਉਦੋਂ ਤੱਕ ਕਹਿਣ ਲੱਗੇ ਇਸ ਗੱਲ ਦੀ ਸੋਝੀ ਨਹੀਂ ਪਈ। ਤੇ ਜਦੋਂ ਇਹ ਗੱਲ ਜਾਣ ਲਈ ਤੇ ਸਭ ਤੋਂ ਪਹਿਲਾਂ ਇਹ ਮਿੱਥ ਜੀਵਨ ਦੇ ਵਿੱਚੋਂ ਛੁਟਕ ਗਈ, ਭਾਵ ਪਰੇ ਹੋ ਗਈ। ਹੁਣ ਸਮਝ ਆ ਗਈ ਕਿ ਇਹ ਸਰੀਰ ਮੇਰਾ ਆਪਣਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੋਰਠ ਰਾਗ ਵਿੱਚ ਵੀ ਇੱਕ ਸ਼ਬਦ ਰਾਹੀਂ ਪ੍ਰਭੂ ਦੇ ਅੱਗੇ ਇਹੀਓ ਅਰਦਾਸ ਕਰਦੇ ਨੇ। ਉਹ ਅਰਦਾਸ ਕਿਹੜੀ ਹੈ? ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਕਿਉਂਕਿ ਤਨ ਤੇ ਛੁਟਕੀ ਆਪਣੀ ਧਾਰੀ, ਇਹ ਆਪਣੀ ਮਿੱਥ, ਆਪਣਾ ਸਰੀਰ, ਇਹ ਧਾਰਨਾ ਕਦੋਂ ਛੁਟਕੀ? ਜਦੋਂ ਅਰਦਾਸ ਪੈਦਾ ਹੋਈ, ਬਿਨਸੈ ਮੋਹ ਮੇਰਾ ਅਰ ਤੇਰਾ। ਜੀਵਨ ਵਿੱਚੋਂ ਮੋਹ ਬਿਨਸ ਜਾਵੇ,
ਜੀਵਨ ਵਿੱਚੋਂ ਆਪਣਤ ਦੂਰ ਹੋ ਜਾਵੇ, ਮੇਰਾ ਤੇਰਾ ਆਨ ਆਪਣਾ ਜਾਂ ਭਾਉ ਅਭਾਉ ਵਾਲੀ ਅਵਸਥਾ ਦੂਰ ਹੋ ਜਾਵੇ, ਇੱਕ ਅਵਸਥਾ ਬਣ ਜਾਵੇ ਕਿ ਅਸੀਂ ਸਮੁੱਚੀ ਮਨੁੱਖਤਾ ਨਾਲ ਪ੍ਰੇਮ ਕਰਨ ਲੱਗ ਪਈਏ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ।